सत श्री अकाल। ਸਾਹਿਤਕ ਸੱਤ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਜੋ ਵਿਸ਼ਾ ਲੈ ਕੇ ਹਾਜ਼ਰ ਹੋਏ ਹਾਂ ਉਹ ਹੈ ਵਿਆਖਿਆ ਕਿਵੇਂ ਕਰੀਏ। ਭਾਵ ਜਦੋਂ ਅਸੀਂ ਕਿਸੇ ਕਾਵ ਬੰਧ ਦੀ ਜਾਂ ਕਿਸੇ ਕਾਵ ਟੋਟੇ ਦੀ ਵਿਆਖਿਆ ਕਰਨੀ ਹੁੰਦੀ ਹੈ ਤਾਂ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਅਸੀਂ ਪ੍ਰਸੰਗ ਬਾਰੇ ਚਰਚਾ ਕਰਾਂਗੇ। ਕਿਸੇ ਵੀ ਕਾਵ ਬੰਧ ਦੀ ਵਿਆਖਿਆ ਕਰਨ ਦੇ ਲਈ ਇਹ ਸਭ ਤੋਂ ਪਹਿਲਾ ਅਤੇ ਅਹਿਮ ਨੁਕਤਾ ਹੈ ਕਿ ਜਦੋਂ ਅਸੀਂ ਕਿਸੇ ਕਾਵ ਬੰਧ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਤਾਂ ਸਾਨੂੰ ਹੇਠ ਲਿਖੇ ਤੱਤਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਕਿ ਇਹ ਕਾਵ ਬੰਧ ਜੋ ਹੈ ਕਿਸ ਕਵੀ ਦੀ ਰਚਨਾ ਹੈ, ਉਸ ਕਵੀ ਦਾ ਨਾਮ ਲਿਖਣਾ ਅਤੇ ਕਵੀ ਦੇ ਨਾਮ ਨੂੰ ਕੌਮਾਸ ਦੇ ਵਿੱਚ ਲਿਖਣਾ ਜਾਂ ਫਿਰ ਉਸ ਨੂੰ ਅੰਡਰਲਾਈਨ ਕਰਨਾ ਜ਼ਰੂਰੀ ਹੁੰਦਾ ਹੈ। ਕਵੀ ਦੀ ਉਸ ਕਾਵ ਬੰਧ ਦਾ ਜੋ ਹੈ ਜਿਸ ਕਵਿਤਾ ਦੇ ਵਿੱਚੋਂ ਲਿਆ ਗਿਆ ਹੁੰਦਾ ਹੈ ਉਸ ਕਵਿਤਾ ਦਾ ਨਾਮ ਲਿਖ ਕੇ ਉਸ ਨੂੰ ਕੌਮਾਸ ਦੇ ਵਿੱਚ ਰੱਖਣਾ ਚਾਹੀਦਾ ਹੈ ਅਤੇ ਉਹ ਕਵਿਤਾ ਕਵੀ ਦੀ ਕਿਸ ਪੁਸਤਕ ਦੇ ਵਿੱਚ ਸ਼ਾਮਿਲ ਹੈ ਉਸ ਦਾ ਪਤਾ ਹੋਣਾ ਜ਼ਰੂਰੀ ਹੈ। ਜਿਵੇਂ BA ਭਾਗ ਪਹਿਲਾ ਦੇ ਵਿਦਿਆਰਥੀਆਂ ਨੂੰ ਜੋ ਪੰਜਾਬੀ ਦੀ ਪੁਸਤਕ ਲੱਗੀ ਹੈ ਉਹ ਹੈ ਕਾਵ ਨਾਦ ਕਾਵ ਸੰਗ੍ਰਹਿ ਹੈ। ਇਹ BA ਭਾਗ ਦੂਜਾ ਦੇ ਵਿਦਿਆਰਥੀਆਂ ਲਈ ਹੈ ਕਾਵ ਤਰੰਗਾਂ ਅਤੇ BA ਭਾਗ ਤੀਜਾ ਦੇ ਵਿਦਿਆਰਥੀਆਂ ਨੂੰ ਲੱਗੀ ਹੈ ਕਾਵ ਪੁਸਤਕ ਕਾਵ ਜੋਤਾਂ। ਸੋ ਜਦੋਂ ਕੋਈ ਵਿਦਿਆਰਥੀ ਕਿਸੇ ਵੀ ਕਾਵ ਬੰਧ ਦੀ ਪ੍ਰਸੰਗ ਸਹਿਤ ਵਿਆਖਿਆ ਕਰੇਗਾ ਅਤੇ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਸ ਦੀ ਪੁਸਤਕ ਦਾ ਨਾਮ ਕੀ ਹੈ। ਕਾਵ ਸੰਗ੍ਰਹਿ ਜਿਸ ਦੇ ਵਿੱਚ ਉਹ ਕਵਿਤਾ ਜਿਸ ਦੀ ਵਿਆਖਿਆ ਕਰਨੀ ਹੈ ਸ਼ਾਮਿਲ ਕੀਤੀ ਗਈ ਹੈ ਉਹ ਕਾਵ ਸੰਗ੍ਰਹਿ ਦਾ ਨਾਮ ਕੀ ਹੈ। ਦੂਸਰਾ, ਅਸਲ ਦੇ ਵਿੱਚ ਜੋ ਕਵੀ ਦੀ ਕਵਿਤਾ ਇਸ ਪੁਸਤਕ ਵਿੱਚ ਸ਼ਾਮਿਲ ਕੀਤੀ ਗਈ ਹੈ ਉਸ ਦਾ ਮੂਲ ਸਰੋਤ ਕੀ ਹੈ। ਮੂਲ ਸਰੋਤ ਤੋਂ ਭਾਵ ਹੈ ਕਿ ਵਾਸਤਵਿਕ ਸੋਮਾ ਜੋ ਹੈ ਉਸ ਕਵਿਤਾ ਦਾ ਉਹ ਕਿਹੜਾ ਹੈ। ਜਿਵੇਂ ਭਾਈ ਵੀਰ ਸਿੰਘ ਦੀ ਕਵਿਤਾ ਅਸੀਂ ਲਿਖਦੇ ਹਾਂ ਕੁਦਰਤ ਕਵਿਤਾ ਜੋ ਹੈ ਭਾਈ ਵੀਰ ਸਿੰਘ ਦੀ ਕਵਿਤਾ ਹੈ, ਕਾਵ ਸੰਗ੍ਰਹਿ ਕਾਵ ਨਾਦ ਦੇ ਵਿੱਚ ਸ਼ਾਮਿਲ ਹੈ, ਪਰ ਇਸ ਦਾ ਮੂਲ ਸੋਮਾ ਕਿਹੜਾ ਹੈ ਭਾਈ ਵੀਰ ਸਿੰਘ ਦਾ ਲਿਖਿਆ ਹੋਇਆ ਮਹਾਕਾਵ ਮਹਾਰਾਣਾ ਸੂਰਤ ਸਿੰਘ, ਯਾਨੀ ਕਿ ਇਹ ਮਹਾਰਾਣਾ ਸੂਰਤ ਸਿੰਘ ਕਾਵ ਸੰਗ੍ਰਹਿ ਦੇ ਵਿੱਚੋਂ ਲਈ ਗਈ ਹੈ, ਕਾਵ ਪੁਸਤਕ ਦੇ ਵਿੱਚੋਂ ਲਈ ਗਈ ਹੈ। ਸੋ ਕਿਸੇ ਵੀ ਕਵਿਤਾ ਦਾ ਪ੍ਰਸੰਗ ਲਿਖਦਿਆਂ ਹੋਇਆਂ ਉਸਦੇ ਕਵੀ ਦਾ ਨਾਮ, ਕਵਿਤਾ ਦਾ ਸਿਰਲੇਖ, ਉਸ ਪੁਸਤਕ ਦਾ ਨਾਮ ਅਤੇ ਉਸ ਮੂਲ ਸੋਮੇ ਦਾ ਨਾਂ ਜੇਕਰ ਅਸੀਂ ਲਿਖਦੇ ਹਾਂ ਤਾਂ ਇਹ ਬਹੁਤ ਹੀ ਪ੍ਰਸੰਗ ਨੂੰ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ। ਪ੍ਰਸੰਗ ਤੋਂ ਬਾਅਦ ਆ ਜਾਂਦੀ ਹੈ ਵਿਆਖਿਆ। ਜਦੋਂ ਅਸੀਂ ਵਿਆਖਿਆ ਕਰ ਰਹੇ ਹੁੰਦੇ ਹਾਂ ਤਾਂ ਵਿਆਖਿਆ ਕਰਦਿਆਂ ਹੋਇਆਂ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਜੋ ਵਿਆਖਿਆ ਦੇ ਵਿੱਚ ਕਾਵ ਬੰਧ ਲਿਆ ਗਿਆ ਹੈ ਜਿਸ ਦੀ ਅਸੀਂ ਵਿਆਖਿਆ ਕਰਨ ਜਾ ਰਹੇ ਹਾਂ ਉਸ ਨੂੰ ਅਸੀਂ ਸਰਲ ਅਰਥਾਂ ਦੇ ਵਿੱਚ ਭਾਵ ਸਧਾਰਨ ਸ਼ਬਦਾਂ ਦੇ ਵਿੱਚ ਸਧਾਰਨ ਭਾਸ਼ਾ ਦੇ ਵਿੱਚ ਉਸ ਦਾ ਅਰਥ ਕਰਕੇ ਦੱਸਣਾ ਹੁੰਦਾ ਹੈ ਅਤੇ ਉਸ ਦੇ ਵਿੱਚ ਜੋ ਪਾਤਰ ਜਾਂ ਘਟਨਾਵਾਂ ਦਾ ਜ਼ਿਕਰ ਹੁੰਦਾ ਹੈ, ਜੇਕਰ ਉਹ ਇਤਿਹਾਸਕ ਜਾਂ ਮਿਥਿਹਾਸਕ ਪਾਤਰ ਜਾਂ ਘਟਨਾਵਾਂ ਹਨ ਅਤੇ ਉਹਨਾਂ ਬਾਰੇ ਵੀ ਸਾਨੂੰ ਥੋੜ੍ਹਾ ਬਹੁਤ ਵੇਰਵਾ ਦੇਣਾ ਚਾਹੀਦਾ ਹੈ। ਅਤੇ ਆਪਣੀ ਗੱਲ ਨੂੰ ਸਮਝਾਉਣ ਦੇ ਲਈ ਹਵਾਲੇ ਮਿਸਾਲਾਂ ਜੋ ਹਨ ਜਾਂ ਦ੍ਰਿਸ਼ਟਾਂਤ ਜਿਸ ਨੂੰ ਕਿਹਾ ਜਾਂਦਾ ਹੈ ਉਹਨਾਂ ਦਾ ਜੇਕਰ ਵੇਰਵਾ ਦਿੱਤਾ ਜਾਵੇ, ਜ਼ਿਕਰ ਕੀਤਾ ਜਾਵੇ ਤਾਂ ਉਹ ਸਾਡੀ ਵਿਆਖਿਆ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੰਦਾ ਹੈ। ਔਰ ਵਿਆਖਿਆ ਕਰਦਿਆਂ ਹੋਇਆਂ ਜਿਹੜੀ ਸਭ ਤੋਂ ਅਹਿਮ ਗੱਲ ਧਿਆਨ ਵਿੱਚ ਸਾਡੇ ਹੋਣੀ ਚਾਹੀਦੀ ਹੈ ਉਹ ਇਹ ਕਿ ਜ਼ਰੂਰੀ ਨਹੀਂ ਕਿ ਜੋ ਸਹਾਇਕ ਪੁਸਤਕਾਂ ਦੇ ਵਿੱਚ ਦਿੱਤੀ ਗਈ ਵਿਆਖਿਆ ਹੈ ਉਹੀ ਸਹੀ ਹੈ ਜਾਂ ਜੋ ਕਿਸੇ ਕੋਲੋਂ ਅਸੀਂ ਸੁਣੀ ਹੈ ਉਹੀ ਸਹੀ ਹੈ। ਵਿਆਖਿਆ ਕਰਦਿਆਂ ਹੋਇਆਂ ਜੋ ਵੀ ਕਾਵ ਬੰਧ ਹੈ ਉਸ ਨੂੰ ਅਸੀਂ ਜੋ ਪਾਠਕ ਹੈ ਕਿਸ ਢੰਗ ਦੇ ਨਾਲ ਸਮਝ ਰਿਹਾ ਹੈ ਉਸਦੀ ਸੂਝ ਬੂਝ ਦੇ ਆਧਾਰ 'ਤੇ ਉਹ ਉਸ ਕਾਵ ਬੰਧ ਦੀ ਵਿਆਖਿਆ ਕਰ ਸਕਦਾ ਹੈ, ਕਿਉਂਕਿ ਅਸਲ ਦੇ ਵਿੱਚ ਕਵਿਤਾ ਦਾ ਭਾਵ ਜੋ ਹੈ ਸਪਸ਼ਟ ਹੋਣਾ ਚਾਹੀਦਾ ਹੈ ਵਿਆਖਿਆ ਕਰਦਿਆਂ ਹੋਇਆਂ। ਕਿਉਂਕਿ ਇੱਕ ਸ਼ਬਦ ਦੇ 100 ਮਾਅਨੇ, ਉਹਨਾਂ 100 ਮਾਅਨਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਇੱਕ ਮਾਅਨੇ ਦਾ ਕੋਈ ਇੱਕ ਸ਼ਖਸ ਜ਼ਿਕਰ ਕਰ ਸਕਦਾ ਹੈ
कोई दूसरा माना किसी दूसरे की समझ में आ सकता है, पर यह नहीं है कि वो आखिरी सच है। हर व्याख्याकार व्याख्या नूं जो है अपने ढंग दे नाल सरल भाषा दे विच प्रगटा सकता है। इस तो बाद आ जाता है केंद्री भाव, कि जो भी व्याख्या असी करन जा रहे होंदे हाँ या कर रहे होंदे हाँ, उस व्याख्या का उस काव्य बन का कोई केंद्री भाव होंदा है, जो सेंट्रल आइडिया जिसनों कहा जाता है, उसका भी जिक्र करना कविता की व्याख्या करदे हुए बहुत जरूरी होंदा है। पहला प्रसंग आ जाता है, फिर व्याख्या आ जाती है, तो उस तो बाद उसके केंद्री भाव नूं जो है कुछ शब्दों के विच कह सकते हैं, भाव एक पैरे दे विच, या कुछ जो है सेंटेंस भाव वाकां दे विच भी दिता जा सकता है। चौथे नंबर पर आ जाता है कविता का विशेष। विशेष यानी कि उस काव्य बन दे विच विशेष नुकते किहड़े हन, विशेष गल्लां किहड़ियां हन, उन्हां दा जिक्र होना बहुत जरूरी है। जिवें किसी भी कविता दे विच जो है उसका रूपक पक्ष अते विषा पक्ष दो अहम जो हन विधावां हुंदियां हन किसी भी काव्य बन का विशेष लिखण दे लई, रूपक पक्ष अते विषा पक्ष। जदों असीं रूपक पक्ष का जिक्र करने हैं तो इस दे विच आ जाती है भाषा, कि उस काव्य बन की भाषा किहो जिही है, ठेठ पंजाबी है, उसकी बोली किहो जिही है, यानी कि सरल अते सहज बोली होनी जरूरी है, जां फिर किसी विशेष खिते नूं मुख रख के आंचलिक बोली जिस जिवें मलवई है, दुआबी, पुआधी जां माझी बोली का असी जो है उस दे विच वखरता या उस वखरेवा कर सकते हाँ, या उसनूं बयान सकते हाँ, उन्हां शब्दां नूं लिख सकते हाँ उदाहरण के तौर पर, मिसाल के तौर पर। फिर लेखक की जो कवि की शैली है वो किस ढंग की है, कईयां दी शैली व्यंगात्मक हुंदी है, जां निवेकली किस्म की शैली भी किसी राइटर की कवि की हो सकती है, सोहज भरी हुंदी है। छंद कविता दे विच अगर कोई वरते हैं उन्हां दा असी वेरवा दे सकते हाँ। कुछ कवितावां छंद रहत हुंदियां हन, कुछ छंद युक्त हुंदियां हन, यानी कि कुछ छंद मुक्त अते कुछ छंद युक्त कवितावां हुंदियां हन। संगीतात्मक लय जो है कविता दे विच अगर है तो ये भी असी दे सकते हाँ कि कवि की कविता जो है संगीतक या रागात्मक है। अलंकार कविता दे विच किहड़े वरते गए हैं, ये सारियां गल्लां असी विशेष दे विच देणीआं हन। भाव जिवें कोई गुरमत काव्य की असी व्याख्या कर रहे हाँ तो उसदी दे विच जो है रस शांत रस की प्रधानता हुंदी है। जेकर असी किस्सा काव्य की व्याख्या कर रहे हाँ तो उहदे विच शिंगार रस की प्रधानता हुंदी है आम तौर पर, ते जो वीर रसी कवितावां हन उहदे विच वीर रस की प्रधानता हुंदी है। इस तो सिवा जे कोई मुहावरा कविता दे विच काव्य बन दे विच लिखिया गया है या नज़र आउंदा है तो उसका भी असी वेरवा दे सकते हाँ। जो ये सारियां गल्लां जो हन किस दे विच आ जांदियां हन, कविता के रूपक पक्ष दे विच। ते इस तो बाद आ जाता है कविता का विषा पक्ष। विषा पक्ष जो है इस दे विच असी ये भी कह सकते हैं कि कवि ने अपने जो भावां नूं प्रगटाउण दे विच सफल रहा है या विषय नूं बड़े सुचज्जे ढंग दे नाल निभाया है। इस तरह ये कुछ गल्लां हन जो असी किसी भी कविता के विशेष नूं लिखण दे लई उस दे विच शामिल कर सकते हाँ। भाव रूपक पक्ष दे विच नूं आधार बना के कविता दे विच की खूबियां हन उन्हां दा बयान कर सकते हाँ, और विषा पक्ष नूं लैके कविता दे विच की खासियत है उसका भी बयान कर सकते हाँ। इस तो बाद आ जाता है सिट्टा, भाव निचोड़ या फिर जिसनों असी निष्कर्ष भी कह सकते हाँ।
क्योंकि कोई भी प्रश्न जो है उन्नी देर तक वो संपूर्ण नहीं मन्निया जाता जिन्नी देर तक उसका निष्कर्ष नहीं कढ़िया जा जाता या कनकलूजन निचोड़ या सिट्टा नहीं कढ़िया जाता। तो समुचे तौर पर भावें असी इन्ना ही कहीए कि जो भी काव्यबंध है दिता होया उस काव्यबंध का जिक्र करके कि इस काव्यबंध दे विच कवि अपने भावां नूं प्रगटाउण दे विच पूरी तरह सफल रहा है, जां कह सकते हैं कि ये काव्यबंध कवि की एक सफल रचना है या सिरमौर रचना है। सो कोई भी जो शख्स है, कोई भी विद्यार्थी जदों किसी काव्यबंध की प्रसंग सहित व्याख्या करता है, जेकर इन्हां सारियां नुकतियां नूं भाव प्रसंग, व्याख्या, केंद्री भाव, विशेष अते सिट्टा इन्हां 5 नुकतियां नूं जेकर ध्यान विच रखदिआं होइआं किसी काव्यबंध की व्याख्या करता है तो वो व्याख्या जो है सफल व्याख्या कही जा सकती है इम्तिहानी नज़रिए तो भी, क्योंकि जेकर 10 नंबर की व्याख्या है तो उस दे विच जेकर असी 5 पॉइंट दिते हैं तो इन्हां 5 पॉइंट्स नूं असी 2-2 नंबरां का 2-2 अंकां का भी जेकर मिथीए तो जेकर असी इस ढंग दे नाल प्रसंग सहित व्याख्या करांगे तो एग्जामिनर जो है घट तो घट भी उस दे विच 9.5 नंबर देने तो कदे भी पिछे नहीं हटेगा। जेकर तुहाडी व्याख्या लिखदिआं होइआं उसकी जो लिखत है भाव राइटिंग जो है वो भी सुंदर है, स्पष्ट है, किसी तरह की उहदे विच ओवर राइटिंग नहीं है और इन्हां नुकतिआं नूं ध्यान विच रखिया गया है, तो विद्यार्थी जो है इम्तिहानी नज़रिए तो भी सफल हो सकता है, वध तो वध अंक प्राप्त कर सकता है और उस द्वारा दी गई व्याख्या जो है अत प्रभावशाली व्याख्या हो निबड़ेगी। धन्यवाद।